नमस्कार, ओम शांति ते नाले सत श्री अकाल। सतगुरु करता पुरख 'ਚ ਤੁਹਾਡਾ ਸਵਾਗਤ ਹੈ। ਅਨੁਭਵੀ ਗੱਲਾਂ ਸਾਡੇ ਜੀਵਨ 'ਚ ਕਿੰਨਾ ਪ੍ਰੇਰਨਾਦਾਇਕ ਬਣਦੀ ਇਹ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ। ਅੱਜ ਫਿਰ ਸਾਡੇ ਸਤਗੁਰੂ ਕਰਤਾ ਪੁਰਖ 'ਚ ਸਾਡੇ ਨਿਰਵੈਰ ਭਾਈ ਸਾਹਿਬ ਸਾਡੇ ਕੁਝ ਗੱਲਾਂ ਬਾਤਾਂ ਕਰਨ ਆਏ ਆ। ਆਈਏ ਸਵਾਗਤ ਕਰਦੇ ਹਾਂ ਸਾਡੇ ਭਾਈ ਸਾਹਿਬ ਦਾ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ। ਸਭ ਨੂੰ ਓਮ ਸ਼ਾਂਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਹਾਂਜੀ ਜੀ ਭਾਜੀ, ਤੁਸੀਂ ਪਿਛਲੇ ਕੁਝ ਐਪੀਸੋਡ 'ਚ ਸੂਖਸ਼ਮ ਵਤਨ ਤੇ ਪਰਮ ਧਾਮ ਦੀ ਗੱਲਾਂ ਕੀਤੀ। ਅੱਜ ਅਸੀਂ ਇਹ ਪੁੱਛਣਾ ਚਾਹੁੰਦੇ ਕਿ ਬ੍ਰਹਮ ਲੋਕ ਕੀ ਹੈ? ਬ੍ਰਹਮ ਲੋਕ ਕਿਹਨੂੰ ਬੋਲਦੇ? ਤੁਸੀਂ ਇੱਕ ਗੀਤ ਸੁਣਿਆ ਹੋਵੇਗਾ ਆਪਣਾ, ਜੀ ਕਿਹੜਾ? ब्रह्म लोक से शिव बाबा पधारे, सुने? जी जी जी। तो ब्रह्म लोक ब्रह्म निवास स्थान है। जिस तरह ये पंज तत्वां दी ये सृष्टि है, तो शरीर दे वास्ते पंजों तत्व चाहिए ने। इस करके ये सृष्टि जिहड़ी है मनुष्य सृष्टि कहूँदी है। इसी तरह ही सूक्ष्म वतन है जी, जिहदे विच ब्रह्मा, विष्णु, महेश या शंकर त्रिदेवां दा जिहड़ा अलग अलग स्थान है, तो वो ब्रह्मापुरी, विष्णुपुरी, शंकरपुरी कहूँदी है। और फिर इन्हां सब तो उपर जिसनों कहा जाता है कि जिथे सूर्य, चांद, तारागण की कोई लाइट नहीं पहुँचती, लेकिन सो प्रकाशित उसनों जदों दिव्य दृष्टि च देखते हैं तो रैड इनफिनिट लाइट नज़र आती है। और उहदे विच स्टार्स की तरह आत्मा निवास करते हैं। परमात्मा भी ब्राइट स्टार है, और सब जितने भी आत्मा जैसे ब्रह्मा, सरस्वती या श्री लक्ष्मी, श्री नारायण, उन्हों की भी आत्मा, और फिर उन्होंने नाल सतयुग के जितने भी जो भी आबादी सतयुग की वो होएगी। फिर उस तो बाद धीरे धीरे जिहड़े होर धर्मां दी आत्मा हैगियां वो भी उत्थे सब दा वो निवास स्थान परम धाम जी। ते परम धाम का मतलब ही है जिससे जो परमात्मा पिता का निवास स्थान है, और सब आत्मा दे वास्ते अपना स्वीट होम ऑफ साइलेंस कहा जाता है। स्वीट होम ते आत्मा बिल्कुल आराम करती होती, बहुत इस करके वो याद आती है कभी भी कि भाई परमात्मा दे कोल जाइए, असी परमात्मा दे नज़दीक जाइए, क्योंकि उहदे च बहुत शांति का अनुभव होंदा है। उहदा नाम ही है, उस रीजन का नाम ही शांति धाम। लोगों ने तो क्रीमेटोरियम जिहड़े हैगे आ जी, शमशान वगैरह, ਉਹਦਾ नाम रख दिता शांति धाम। एक्चुअली शांति धाम परमात्मा पिता का निवास स्थान,
ਔਰ ਉਸ ਦੇ ਨਾਲ ਬਾਕੀ ਸਭ ਆਤਮਾ ਜਿਤਨੇ ਵੀ ਹੈ, ਮਨੁੱਖ ਆਤਮਾ ਜੋ ਵੀ ਹੈ, ਜਿਹਦੇ 'ਚ ਦੇਵਤਾ ਵੀ ਆ ਜਾਂਦੇ ਆ, ਜਿਹਦੇ 'ਚ ਧਰਮ ਸਥਾਪਕ ਵੀ ਆ ਜਾਂਦੇ ਆ, ਔਰ ਸਾਰੇ ਧਰਮਾਂ ਦੀ ਆਤਮਾ ਵੀ ਆ ਜਾਂਦੀਆਂ, ਸਭ ਆ ਜਾਂਦੀਆਂ। ਅਗਰ ਤੁਸੀਂ ਆਪਣਾ ਉਹ ਚਿੱਤਰ ਦੇਖਣਗੇ ਉਹ ਕਲਪਵ੍ਰਿਕਸ਼ ਦਾ, ਜੀ ਤੇ ਉਹਦੇ ਵਿੱਚ ਇੱਕ ਖਾਸ ਦਿਖਾਇਆ ਹੋਇਆ ਹੀ 3 ਲੋਕ, ਤੇ ਉਹਦੇ 'ਚ ਆਤਮਾ ਕਿਸ ਤਰ੍ਹਾਂ ਉਲਟੇ ਵ੍ਰਿਕਸ਼ ਦੀ ਤਰ੍ਹਾਂ ਜੀ ਦਿਖਾਈਆਂ ਜੀ ਹੋਈਆਂ, ਜੀ ਤੇ ਉੱਪਰ ਬੀਜ ਰੂਪ ਪਰਮਾਤਮਾ, ਔਰ ਫਿਰ ਸਭੀ ਆਤਮਾ। ਤੇ ਉਹ ਪਰਮ ਧਾਮ ਜਿੱਥੇ ਮਤਲਬ ਪੁਰਾਣਾ 'ਚ ਵੀ ਉਹਦੇ ਬਾਰੇ 'ਚ ਮੈਂਸ਼ਨਡ ਹੈਗਾ ਹੀ ਕਿ ਜਿੱਥੇ ਕੋਈ ਆਵਾਜ਼ ਨਹੀਂ, ਕੋਈ एक्टिविटी नहीं, रेड इन्फिनिट लाइट बोलते हैं। तो वो है आत्मा ਦਾ ਵੀ ਔਰ ਪਰਮਾਤਮਾ ਦਾ ਵੀ ਨਿਵਾਸ ਸਥਾਨ। ਇਸ ਕਰਕੇ ਉਹਨੂੰ ਪਰਮ ਧਾਮ ਕਿਹਾ ਜਾਂਦਾ ਹੈ, ਪਰਮਾਤਮਾ ਦਾ ਧਾਮ। ਤੇ ਮੂਲ ਵਤਨ? ਮੂਲ ਮਾਨਾ ਓਰੀਜਨਲ। ਓਰੀਜਨਲ ਤੁਹਾਡਾ ਆਪਣਾ ਸਵੀਟ ਹੋਮ ਕਿਹੜਾ ਹੀ, ਘਰ ਕਿਹੜਾ ਹੀ। ਕਿਹਾ ਤੇ ਜਾਂਦਾ ਹੈ ਨਾ, ਇਸ ਸ੍ਰਿਸ਼ਟੀ ਤੇ ਅਸੀਂ ਆਪਣਾ ਪਾਰਟ ਵਜਾਉਣ ਵਾਸਤੇ ਆਏ। ਜੀ ਜੀ। ਤੇ ਪਾਰਟ ਵਜਾਉਣ ਵਾਸਤੇ ਐਕਟਰਸ ਹੁੰਦੇ ਆ ਨਾ, ਤਾਂ ਆਪਣੇ ਘਰੋਂ ਆਉਂਦੇ ਆ। ਤੇ ਘਰ ਕੌਣ ਸਾ ਹੀ? ਉਹ ਪਰਮਧਾਮ। ਪਰਮਧਾਮ ਜੀ। ਹਾਂਜੀ ਜੀ, ਜਿਹੜਾ ਇਹ ਤੁਸੀਂ ਚਿੱਤਰ ਦੇ ਬਾਰੇ 'ਚ ਤੁਸੀਂ ਗੱਲ ਕੀਤੀ, ਇੱਕ ਕਲਪ ਵ੍ਰਿਕਸ਼ ਦੇ ਬਾਰੇ 'ਚ ਗੱਲ ਕੀਤੀ ਔਰ ਉਲਟਾ ਕਰਕੇ ਦੱਸਿਆ, क्या सचमुच इदा ही सारी आत्मा स्टेप बाय स्टेप होनी या फिर जो दिव्य दृष्टि च शिव बाबा ने संदेशियां दे जरिए जो दिखाया जी, तो वो देखण च ते छोटा जिहा लगदा है जी, और इतना विशाल है, उहदे च कितना भी स्पेस ले लेन आत्मा, हर एक वास्ते अपना सैक्शन हैगा ही। तो वो आराम नाल उत्थे ਇਹਦੇ 'ਚ ਬੜੇ ਰਾਜ਼ ਹੈਗੇ ਆ ਕਿ ਆਤਮਾ ਦੀ ਕੁਆਲਿਟੀ ਕਿਹੜੀ ਹੈ। ਉਹ ਕੁਆਲਿਟੀ ਵਾਈਜ਼ ਆਣੀ, ਕੁਆਲਿਟੀ ਵਾਈਜ਼ ਹੀ ਉੱਥੇ ਯਾਦ ਰਹਿਣਗੇ। ਜਿਨ੍ਹਾਂ ਦੇ ਸੰਸਕਾਰ ਪਰਮਾਤਮਾ ਦੇ ਬਿਲਕੁਲ ਸਮੀਪ ਹੈਗੇ ਆ, ਤੇ ਉਹ ਉਹਨਾਂ ਦੇ ਨੇੜੇ, ਜਿਹਨੂੰ ਸਤਯੁਗ ਦੇ ਦੇਵੀ ਦੇਵਤਾ ਕਿਹਾ ਜਾਂਦਾ ਹੈ। ਜੀ ਜੀ। ਤੇ ਜਿਹੜੇ 8 ਰਾਜਾ ਜਿਹੜੀ ਸਤਯੁਗ ਦੀ ਔਰ ਫਿਰ ਤ੍ਰੇਤਾ ਦੀ 21 ਜਨਮ ਵਾਸਤੇ ਜਿਹੜੇ ਆ, ਤੇ ਉਹ ਪਹਿਲੇ ਉਹਨਾਂ ਦਾ ਉਹ ਨੇੜੇ ਨੇ। ਲੇਕਿਨ ਬੋਲਦੇ ਜਿਹੜੇ ਲਾਸਟ ਸੋ ਫਾਸਟ, ਜਿਹੜੇ ਫਾਸਟ ਸੋ ਫਾਸਟ, ਉਹਦਾ ਕੀ ਫਿਰ? ਉਹ ਫਿਰ ਗੱਲ ਦੂਸਰੀ ਹੈਗੀ ਆ, ਉਹ ਫਿਰ ਪੁਰਸ਼ਾਰਥ ਵਾਸਤੇ। ਅੱਛਾ। ਲੇਕਿਨ ਥੋੜਾ ਜਿਹਾ ਇਹਦੇ 'ਚ ਬੁੱਧੀ ਜਿਹੜੀ ਹੈ ਉਹ ਰਿਫਾਈਨਡ ਚਾਹੀਦੀ ਹੈ, ਅਲੌਕਿਕ ਚਾਹੀਦੀ ਹੈ, ਦਿਵਯ ਚਾਹੀਦੀ ਹੈ। ਇਸ ਚੀਜ਼ ਨੂੰ ਕਨਸੈਪਚੁਅਲਾਈਜ਼ ਕਰਨਾ ਬੜਾ ਮੁਸ਼ਕਿਲ ਹੁੰਦਾ ਹੀ। ਉਹ ਬੱਚੇ ਬਲਕਿ ਜਲਦੀ ਸਮਝ ਜਾਂਦੇ ਆ, ਉਹਨਾਂ ਨੂੰ ਦਿਓ ਨਾ 3 ਲੋਕ ਦਾ ਚਿੱਤਰ ਜੀ, ਤੇ ਉਹ ਫਟਾਫਟ ਕਹਿਣਗੇ ਇਹ ਪਰਮਧਾਮ ਹੈ, ਇਹ ਸੂਖਸ਼ਮ ਵਤਨ ਹੈ, ਇਹ ਸਾਕਾਰ ਦੁਨੀਆ ਹੀ, ਇਸ ਤਰ੍ਹਾਂ ਕਹਿਣਗੇ। ਤੇ ਉਹ ਥੋੜਾ ਜਿਹਾ ਹਿਊਮਨ ਸੋਲ 'ਚ ਇੱਕ ਵਿਸ਼ੇਸ਼ਤਾ ਹੈਗੀ ਹੈ ਕਿ ਕਿਤੇ ਵੀ ਬੈਠੇ ਆਪਣੀ ਇਮੈਜੀਨੇਸ਼ਨ ਦੇ ਜ਼ਰੀਏ ਕਹੋ ਜਾਂ ਆਪਣੀ ਦਿਵਯ ਦ੍ਰਿਸ਼ਟੀ ਦੇ ਜ਼ਰੀਏ ਕਹੋ, ਕੈਨ ਗੋ ਟੂ ਐਨੀ ਫਾਰ ਐਕਸਟੈਂਟ, ਪਰਮਧਾਮ ਤਾਈਂ ਚੱਕਰ ਲਗਾ ਕੇ ਵਾਪਸ ਆ ਜਾਂਦੇ ਆ ਜੀ। ਤੇ ਇਹ ਬੜੀ, ਔਰ ਫਿਰ ਇਸ ਕਰਕੇ ਬਾਬਾ ਬਾਰ-ਬਾਰ ਇਹ ਹੁਣ
ਯਾਦ ਦਿਲਾਉਂਦੇ ਨੇ ਕਿ स्वयं ਨੂੰ ਆਤਮਾ ਨਿਸ਼ਚੈ ਕਰ, ਮੁਝ ਬਾਪ को याद करो, किथे परम धाम, परम धाम जी। क्योंकि वहाँ आना है मेरे पास। तो ऐसा ना हो कहीं और भटक जाओ। लेकिन इस च बाबा ये भी बोलते फरिश्ता स्वरूप, ਉਹ फरिश्ता स्वरूप बिफोर गोइंग बैक टू सोल वर्ल्ड, पहले फरिश्ता स्वरूप। फरिश्ता स्वरूप इस करके है कि फरिश्ते ਜਿਹੜੇ ਉਹ ਸੇਵਾ ਕਰਦੇ ਨੇ। अच्छा ਤੇ ਇਸ ਤੋਂ ਪਹਿਲੇ ਕਿ ਤੁਸੀਂ ਵਾਪਸ ਜਾਓ, ਪਹਿਲੇ ਫਰਿਸ਼ਤਾ ਸਰੂਪ ਚ ਸੇਵਾ ਕਰਨੀ ਹੈ। ਜਿਤਨੇ ਵੀ ਬਾਬਾ ਦੇ ਬੱਚੇ ਜੋ ਖਾਸ ਸੇਵਾ ਚ ਜਿਨ੍ਹਾਂ ਦਾ ਪਾਰਟ ਹੈਗਾ ਸੀ, ਤੇ ਉਹ ਫਰਿਸ਼ਤਾ ਸਰੂਪ ਦਾ ਕੰਮ ਕਰ ਰਹੇ ਆ ਇਸ ਵੇਲੇ। ਉਹ मतलब सूक्ष्म रीति च, मतलब ਉਹ ਕਿਸ ਤਰ੍ਹਾਂ ਤੇ ਫਿਰ मतलब एक शाकाश देना या फिर कितना बोल सकते पार शांति ਦਾ ਕੁਛ ਜਾਂ ਗੱਲਾਂ ਸੁਖ ਦਾ। ਸੂਖਸ਼ਮ ਹੁੰਦੀਆਂ ਹੀ, ਉਹ ਸੂਖਸ਼ਮ ਜੋ ਭਗਤ ਲੋਕ ਵੀ ਯਾਦ ਕਰਦੇ ਆ ਜੀ ਔਰ ਬਾਬਾ ਦੇ ਬੱਚੇ ਵੀ ਯਾਦ ਕਰਦੇ ਆ, ਤੇ ਉਹਨਾਂ ਨੂੰ ਇੱਕ ਉਹਨਾਂ ਦੀ ਬੁੱਧੀ ਨੂੰ ਟੱਚ ਕਰਦੇ ਆ। अच्छा ਕੋਈ ਸੁਪਨ ਦੇਖੇਗਾ, ਕੋਈ ਯੋਗ ਚ ਬੈਠੇ ਬੈਠੇ ਉਹ ਸੀਨ ਦੇਖੇਗਾ, ਕੋਈ ਕੁਛ, ਤੇ ਉਹਨਾਂ ਨੂੰ ਇੱਕ ਪ੍ਰਕਾਰ ਦੀ ਮਦਦ ਮਿਲਦੀ ਹੈ ਉਹਨਾਂ ਤੋਂ। ਫਰਿਸ਼ਤਾ ਮਾਨਾ ਹੀ ਜਿਹੜਾ ਦੂਸਰਿਆਂ ਨੂੰ ਮਦਦ ਕਰੇ। ਜੀ जी पाजी। अगला प्रश्न है कि जो सूक्ष्म वतन है उस च ब्रह्मा विष्णु शंकर का क्या अस्तित्व है? ਬ੍ਰਹਮਾ ਦਾ ਅਸਤਿਤਵ ਹੈ ਕਿ ਬ੍ਰਹਮਾ ਜਦੋਂ ਆਪਣੀ ਸੰਪੂਰਨ ਅਵਸਥਾ 'ਚ ਜਾਂਦੇ ਨੇ अच्छा ਤਾਂ ਉਹ ਬ੍ਰਹਮਾਪੁਰੀ 'ਚ ਨਿਵਾਸ ਕਰਦੇ ਆ। और विष्णु सत्युगी श्री लक्ष्मी नारायण ਦਾ ਭਵਿੱਖ ਦਾ ਸਰੂਪ ਹੈ। ਉਹ ਸਾਖਸ਼ਾਤਕਾਰ ਵਾਸਤੇ ਹੈ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਬਈ ਤੁਸੀਂ ਜਦੋਂ ਇਤਨੀ ਉਚਾਈ 'ਚ ਚਲੇ ਜਾਣਗੇ ਤੇ ਫਿਰ ਅੱਗੇ ਜਾ ਕਰਕੇ ਕੀ ਪਾਰਟ ਹੋਏਗਾ। ਤੇ ਨਰ ਤੋਂ ਸ੍ਰੀ ਨਾਰਾयण, ਨਾਰੀ ਤੋਂ ਸ੍ਰੀ ਲక్ష్ਮੀ। एक खास कहावत है, नर ऐसी करनी करे, नर ऐसी करनी करे जो नर श्री नारायण बने, नारी ऐसी करनी करे जो श्री लक्ष्मी पद को प्राप्त करे। तो ये ऐसे ही थोड़ा कहावतां बनिया हुई, प्रैक्टिकल अभ्यास करके। और वो जो स्थिति ते पहुँचते ने उन्हां तो एक आभास आउंदा है, फीलिंग आउंदी है। ਉਹਨਾਂ ਦਾ ਦੇਖਣਾ, ਉਹਨਾਂ ਦਾ ਬੋਲਚਾਲ, ਉਹਨਾਂ ਦੀ ਐਕਟੀਵਿਟੀ ਬਿਲਕੁਲ ਇਤਨੀ ਰॉयल और इतनी ਸ਼ਲੀਨਤਾ ਵਾਲੀ, ਇਤਨੀ ਪਿਆਰ ਭਰੀ, ਇਤਨੀ ਦੇਵਤਿਆਂ ਦੀ ਜਿਹੜੀ ਦੇਵਤਾ ਮਾਨਾ ਦੇਵਤਾ। ਤੇ ਉਹ ਇਸ ਵੇਲੇ ਜਦੋਂ ਪੁਰਸ਼ੋਤਮ ਸੰਗਮ ਯੁੱਗ 'ਚ ਹੈਗਾ, ਇਹਦੇ 'ਚ ਹੀ ਤੁਹਾਨੂੰ ਨਜ਼ਰ ਆ ਜਾਏਗੀ। ਤੇ ਭਗਤੀ ਮਾਰਗ 'ਚ ਜਿਹੜੇ ਚਿੱਤਰ ਬਣਾਏ ਹੋਏ ਬ੍ਰਹਮਾ ਵਿਸ਼ਨੂੰ ਸ਼ੰਕਰ ਦਾ, ਉਹਦਾ ਕੀ ਫਿਰ? ਨਹੀਂ, ਉਹ ਹੈ ਤੇ ਸਹੀ ਨਾ ਬ੍ਰਹਮਾ ਵਿਸ਼ਨੂੰ ਸ਼ੰਕਰ। ਅੱਛਾ, ਜਿੱਦਾਂ ਗਿਆਨ ਮਾਰਗ 'ਚ ਬਾਕੀ ਇਹ ਹੈ ਕਿ ਹਰ ਇੱਕ ਆਰਟਿਸਟ ਆਪਣੇ ਹਿਸਾਬ ਨਾਲ ਬਣਾਉਂਦਾ ਹੈ। ਬ੍ਰਹਮਾ ਦਾ ਹਮੇਸ਼ਾ ਦੇਖੋ ਹਾਂ ਦਾੜੀ ਮੂਛ ਬਿਲਕੁਲ ਜੀ ਜੀ ਜੀ। ਤੇ ਵਿਸ਼ਨੂੰ ਔਰ ਸ਼ੰਕਰ ਨੂੰ ਕੋਈ ਦਾੜੀ ਮੂਛ ਨਹੀਂ ਜੀ। ਉਹ ਮਤਲਬ ਸਮਝ ਜਾਓ ਤੁਸੀਂ ਕਿ ਪ੍ਰੈਕਟੀਕਲੀ ਸਾਡਾ ਜਿਹੜਾ ਕਨੈਕਸ਼ਨ ਹੈ ਇਸ ਵੇਲੇ ਉਹ ਬ੍ਰਹਮਾ ਪਿਤਾ ਦੇ ਨਾਲ ਹੈ। ਬ੍ਰਹਮਾ ਕੁਮਾਰੀ, ਬ੍ਰਹਮਾ ਕੁਮਾਰ, ਮਤਲਬ ਕੀ ਇਹਦਾ
ਬ੍ਰਹਮਾ ਦੇ ਬੱਚੇ ਹੋਏ ਨੇ ਬ੍ਰਹਮਾ ਦੇ ਬੱਚੇ ਹੋਏ। ਤੇ ਆਪਣੇ ਬਾਪ ਨੂੰ ਤੇ ਪਹਿਚਾਨਣਾ ਅੱਛੀ ਤਰ੍ਹਾਂ। ਤੇ ਇਹ ਜਿਹੜੀ ਤਿੰਨ ਆਤਮਾएं ਹੈ ਇਹ ਇੱਕ ਦੂਜੇ ਨਾਲ ਜੁੜੀ ਹੋਈ ਵੀ ਜਾਂ ਅਲੱਗ-ਅਲੱਗ ਹੈ? ਜਿੱਦਾਂ ਬ੍ਰਹਮਾ ਦੀ ਆਤਮਾ ਵਿਸ਼ਨੂੰ 'ਚ ਜਾਂ ਵਿਸ਼ਨੂੰ ਦੀ ਆਤਮਾ ਸ਼ੰਕਰ 'ਚ? ਦੇਖੋ ਜਦੋਂ ਇਹ ਸਾਖਸ਼ਾਤਕਾਰ ਹੁੰਦਾ ਹੀ ਤਾਂ ਤੇ ਤਿੰਨੋਂ ਅਲੱਗ-ਅਲੱਗ ਹੋ ਗਏ। ਅੱਛਾ। ਔਰ ਵਿਸ਼ਨੂੰ ਦੀ ਦੋ ਆਤਮਾ ਹੈਗੀ ਹੈ। ਇੱਕ ਪਾਸਿਓਂ ਦੇਖੋ ਤੇ ਸ੍ਰੀ ਨਾਰਾਇਣ, ਨਾਰਾਇਣ, ਦੂਜੇ ਪਾਸਿਓਂ ਦੇਖੋ ਤੇ ਸ੍ਰੀ ਲక్ష్ਮੀ। ਲక్ష్ਮੀ ਜੀ। ਔਰ ਸ਼ੰਕਰ ਦੀ? ਸ਼ੰਕਰ ਜੀ ਉਹਨਾਂ ਦੀ ਪਾਰਵਤੀ ਨਾਲ ਨਹੀਂ ਹੈਗੀ ਹੈ ਜੋ ਭਗਤੀ ਮਾਰਗ ਚ ਕਹਿੰਦੇ ਆ, ਜੀ। ਉਹ ਨਹੀਂ ਹੈਗਾ ਕੁਝ ਵੀ। ठीक है पाजी। सूक्ष्म वतन च क्या सूक्ष्म शरीर है या केवल एक ब्रह्मा बाबा ਦਾ ਹੀ शरीर है? ਨਹੀਂ, ਜਦੋਂ ਜਿਸ ਤਰ੍ਹਾਂ ਹੁਣ ਸਾਡੇ ਭੋਗ ਲਗਾਉਣ ਵਾਲੀ ਸੰਦੇਸ਼ੀ ਹੁੰਦੀ ਹੈ जी। ਉਹ ਜਾਂਦੀ ਹੈ ਔਰ ਉੱਥੇ ਜਾ ਕਰਕੇ ਦੇਖਦੀ ਹੈ ਜੋ ਆਪਣੇ ਕੋਈ ਨਾ ਕੋਈ ਪਹਿਲੇ ਆਤਮਾ ਗਏ ਹੋਏ ਨੇ ਉਹਨਾਂ ਦੇ ਨਿਮਿਤ ਇਹ ਜਿਹੜੇ ਜਿਸ ਤਰ੍ਹਾਂ ਹੁਣ ਇਹ ਸ਼ਰਾਧ ਹੈਗੇ ਸੀ ਤੇ ਸ਼ਰਾਧ ਦੇ ਟਾਈਮ ਤੇ ਖਾਸ ਭੋਗ ਲਗਾਉਂਦੇ ਨੇ ਤੇ ਬਾਬਾ ਉਹ ਉਹਨਾਂ ਨੂੰ ਬੁਲਾਉਂਦਾ ਹੀ। ਤੇ ਉਸ ਟਾਈਮ ਸ਼ਿਵ ਬਾਬਾ ਵੀ ਨਾਲੇ ਹੁੰਦੇ? शिव बाबा ब्रह्मा बाबा इकट्ठे होंगे, दोनों दी आत्मा। हाँ। और उन्होंने बुला करके भोग स्वीकार कराते ने और वो भी अगर देखा जाए तो उहदे च बड़े एक शिक्षा दियां गल्लां हैगियां जी कि किस तरह एक दो दा रिगार्ड रखते। समझो भोग लैके गए किसी दे निमित लै गए जी 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 ते भोग उन्हां दे वास्ते रखिया है पर वो पहले बाबा नू खिलाउणगे फिर बाबा उन्हां नू अपने हाथ नाल खिलाउणगे फिर सब नू खिलाउणगे लाइक दिस। देयर आर सच ब्यूटीफुल थिंग्स है सब साक्षात्कार लेकिन उहदे शिक्षा बहुत है। अगर फरिश्ता की चीज़ है, फरिश्ता स्वरूप की है, फरिश्ते दी एक्टिविटी की हुंदी है, उहदे गहराई च तुसी जाओ तो पता लगता ही बई ये फरिश्ता बनने वास्ते बड़ी मेहनत चाहिए है और मेहनत की है ਉਹਦੇ 'ਚ ਗਿਆਨ ਵੀ ਪੂਰਾ ਚਾਹੀਦਾ, ਉਹਦੇ 'ਚ ਦੇਵੀ ਗੁਣਾਂ ਦੀ ਧਾਰਨਾ ਵੀ ਪੂਰੀ ਚਾਹੀਦੀ ਹੈ, ਯਾਦ ਦਾ ਨਿਰੰਤਰ ਯਾਦ ਦਾ ਅਭਿਆਸ ਚਾਹੀਦਾ ਔਰ ਮੈਨਰਸ ਚਾਹੀਦੇ। ਮੈਨਰਸ ਬਹੁਤ ਕਈ ਗੱਲਾਂ ਆਉਂਦੀਆਂ ਨੇ ਉਹਦੇ 'ਚ। ਇਟਸ ਅ ਬਿਗ ਸਬਜੈਕਟ फरिश्ता बनने वास्ते। फरिश्ता सबसे इम्पोर्टेंट है फरिश्ता या नहीं? ਇਸ ਵੇਲੇ ਤੇ ਫਰਿਸ਼ਤਾ ਹੀ ਸਭ ਤੋਂ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਦੇਵਤਾ ਤੇ ਅਗਲੇ ਕਲਪ ਚ ਜਾ ਕੇ ਪਹੁੰਚਾਂਗੇ ਤਾਂ ਹੀ ਬਣਾਂਗੇ। जी जी। क्या सतयुग त्रेता द्वापर कलयुग च सूक्ष्म वतन होऊंगा? अगर होऊंगा तो उसका स्वरूप क्या हो सकता? ਉਸ ਵੇਲੇ ਸੂਖਸ਼ਮ ਵਤਨ ਦਾ ਕੋਈ ਪਾਰਟ ਨਹੀਂ ਹੈਗਾ, ਇਹ ਸੰਗਮ ਯੁੱਗ ਤੇ ਪਾਰਟ ਹੈ। मतलब सतयुग त्रेता च कोई आवश्यकता नहीं है। क्यों? क्योंकि ਅਸੀਂ देवता बन गए ਤਾਂ ਹੀ ਜਾਂ ਫਿਰ ਕੋਈ ਹੋਰ ਗੱਲ ਹੈ? ਨਹੀਂ, ਦੇਖੋ ਡਰਾਮਾ ਨੂੰ ਡਰਾਮਾ ਦੇ ਰੂਪ ਚ ਦੇਖੋ ਨਾ ਤੁਸੀਂ, ਤੇ ਡਰਾਮਾ ਚ ਤੇ ਜੋ ਚੀਜ਼ ਜਿਸ ਵੇਲੇ ਹੈ ਹੁਣ ਪਰਦਾ ਹਟਦਾ ਹੀ ਜੀ ਤੇ ਕੀ ਦੇਖਣ ਚਾਹੇਗਾ? ਸਤਯੁਗ ਦੀ ਸੀਨਰੀ ਦੇਖਣ ਚਾਹੇਗੀ। ਫਿਰ
ਛੋਟੇ ਡਰਾਮਾ ਹੁੰਦੇ ਤਾਂ ਤੇ ਪਰਦਾ ਖਿੱਚੋ, ਫਿਰ ਪਰਦਾ ਵਾਪਸ ਜਾਏ, ਲੇਕਿਨ ਇੱਥੇ ਆਟੋ ਐਕਸਚੇਂਜ ਹੈ, ਆਟੋਮੈਟਿਕ, ਬਿਲਕੁਲ ਸਤਯੁਗ ਤੋਂ ਤ੍ਰੇਤਾ ਤਾਈਂ ਪਹੁੰਚਦੇ ਹੈ, ਪਤਾ ਹੀ ਨਹੀਂ ਲੱਗਦਾ। ਨਹੀਂ ਜੀ। ਔਰ ਤ੍ਰੇਤਾ ਤੋਂ ਫਿਰ ਦੁਆਪੁਰ ਤਾਈਂ ਪਹੁੰਚ ਜਾਂਦੇ ਆ, ਤਾਂ ਪਤਾ ਲੱਗਦਾ ਜਾ ਕਰਕੇ ਕਿ ਸਾਡੀ ਉਹ ਜਿਹੜੀ ਆਪਣੀ ਅਵਸਥਾ ਸੀ ਉਹ ਗਿਰਾਵਟ ਉਹ ਚ ਆ ਤੋਂ ਗਏ। ਅਸੀਂ ਥੋੜੇ ਨੀਚੇ ਆ ਨੀਚੇ ਗਏ। ਆ ਗਏ ਜੀ ਭਾਜੀ। ਅੱਜ ਤੁਸੀਂ ਸਾਨੂੰ ਬਹੁਤ ਹੀ ਗਿਆਨ ਦੀ ਬਹੁਤ ਗੂੜ੍ਹੀਆਂ ਗੱਲਾਂ ਦੱਸੀ, ਬਹੁਤ ਸੂਖਸ਼ਮ ਛੋਟੀ ਛੋਟੀ ਗੱਲਾਂ ਦੱਸੀ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜੇ ਅਗਲੇ ਸਾਡੇ ਐਪੀਸੋਡ ਹੋਣੇ ਉਸ 'ਚ ਵੀ ਸਾਨੂੰ ਗਿਆਨ ਦੀ ਹੋਰ ਗੂੜ੍ਹੀਆਂ ਗੱਲਾਂ ਦੱਸੋਗੇ। ਔਰ ਤੁਸੀਂ ਇੱਦਾਂ ਹੀ ਸਾਡੇ ਇਸ ਕਾਰਿਆਕ੍ਰਮ 'ਚ ਆਉਂਦੇ ਰਹੋ। ਤੁਹਾਡਾ ਬਹੁਤ ਬਹੁਤ ਇੱਕ ਚੀਜ਼ ਹੈ ਜੀ। ਬਹੁਤ ਸਾਲ ਪਹਿਲੇ ਸੂਖਸ਼ਮ ਵਤਨ ਦੀ ਕੁਝ ਸੀਨਰੀ ਵਗੈਰਾ ਕੁਝ ਸੰਦੇਸ਼ਾਂ ਦੇ ਜ਼ਰੀਏ ਬਾਬਾ ਨੇ ਸਾਨੂੰ ਦਿਖਾਈ। ਜੀ ਇਹ ਜਲੰਧਰ ਦੀ ਗੱਲ ਹੈ। ਜੀ ਜੀ ਅਸੀਂ ਬਹੁਤ ਮਤਲਬ ਉਹਦੇ 'ਚ ਪਾਰਟਿਸਿਪੇਟ ਕਰਕੇ ਬੜਾ ਸਾਨੂੰ ਆਨੰਦ ਆ ਰਿਹਾ ਸੀ। ਔਰ ਫਿਰ ਬਾਬਾ ਨੂੰ ਉਹ ਸਾਰਾ ਸਮਾਚਾਰ ਸਾਕਾਰ ਬਾਬਾ ਨੂੰ ਲਿਖਿਆ ਜੀ। ਤੇ ਸਾਕਾਰ ਬਾਬਾ ਨੇ ਸਾਨੂੰ ਸਾਵਧਾਨ ਕੀਤਾ ਕਿ ਬੱਚੇ ਇਹ ਧਿਆਨ ਦੀਦਾਰ ਦੀ ਜਿਹੜੀ ਗੱਲਾਂ ਹੈਗੀਆਂ, ਇਹ ਧਿਆਨ ਹੈ ਨਾ, ਟਰਾਂਸ, ਜੀ ਇਹ ਭੋਗ ਲਗਾਉਣ ਵਾਸਤੇ ਠੀਕ ਹੈ। ਜੀ ਬਈ ਜੋ ਪਰਮਾਤਮਾ ਪਿਤਾ ਸਾਨੂੰ ਇਤਨਾ ਕੁਝ ਪ੍ਰੋਵਾਈਡ ਕਰ ਰਹੇ, ਖਿਲਾ ਰਹੇ ਨੇ, ਤੇ ਉਹਨਾਂ ਨੂੰ ਆਫਰ ਕਰਨਾ ਸਾਡਾ ਫਰਜ਼ ਬਣਦਾ ਹੀ, ਫਿਰ ਅਸੀਂ ਖਾਈਏ। ਤੇ ਬਾਕੀ ਜਿਹੜੀਆਂ ਗੱਲਾਂ ਹੀ ਉਹ ਬਾਬਾ ਥੋੜ੍ਹਾ ਤੁਹਾਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਵੈਸੇ ਇੱਧਰ ਖਿਆਲ 'ਚ ਨਹੀਂ ਆਉਣਗੀਆਂ, ਉਹ ਟਰਾਂਸ ਦੇ ਜ਼ਰੀਏ ਪਤਾ ਲੱਗਦਾ ਹੀ। ਲੇਕਿਨ ਜ਼ਿਆਦਾ ਇਹਦੇ 'ਚ ਅਗਰ ਜਾਣਗੇ ਹੋ ਤੇ ਫਿਰ ਤੁਸੀਂ ਗਿਆਨ ਨੂੰ ਧਾਰਨ ਨਹੀਂ ਕਰਨਗੇ। ਔਰ ਉਹਦੀ ਰਿਜ਼ਲਟ ਕੀ ਹੋਏਗੀ ਕਿ ਥੋੜ੍ਹੇ ਟਾਈਮ ਤੋਂ ਬਾਅਦ ਜਿਹੜੀ ਗਿਆਨ ਦੀ ਸ਼ਕਤੀ ਹੈ, ਉਹ ਆਪਣੀ ਸ਼ਕਤੀ ਹੈ ਉਹਦੀ, ਉਹ ਨਾ ਹੋਣ ਕਰਕੇ ਉਹ ਟਰਾਂਸ ਦਾ ਸਦਾ ਤੇ ਰਹੇਗਾ ਨਹੀਂ, ਤੇ ਫਿਰ ਸੋਡਾ ਵਾਟਰ ਹੋ ਜਾਣਗੇ। ਇਸ ਕਰਕੇ ਬਾਬਾ ਨੇ ਬਹੁਤ ਪਿਆਰ ਨਾਲ ਕਿਹਾ ਹੀ, ज्ञानी तो आत्मा मुझे बहुत प्रिय है, जी योगी तो आत्मा मुझे बहुत प्रिय है। सुना जी बिल्कुल। हाँ, दिव्य गुणों वाली स्वरूप वाली आत्मा बहुत प्रिय है। ये नहीं क्या कि ध्यानी तो आत्मा बहुत प्रिय है। जी भाई साहब जी धन्यवाद ਤੁਹਾਡਾ, ਬਹੁਤ ਬਹੁਤ ਧੰਨਵਾਦ। ओम शांति। ओम शांति।